ਹੈਲੋ ਡੀਅਰ ਸਟੂਡੈਂਟਸ ਮੇਰਾ 2020 ਇਸ ਸਾਲ ਦੇ ਪਹਿਲੀ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਤੇ ਬੇਟਾ ਅਸੀਂ ਸਟਾਰਟ ਕਰਾਂਗੇ ਨੰਬਰ ਸਿਸਟਮ ਤੋਂ, ਕਿਉਂਕਿ ਦੇਖੋ ਸਰ ਨੰਬਰ ਸਿਸਟਮ ਦੇ ਉੱਪਰ ਹੀ ਸਾਰਾ ਅਰਥਮੈਟਿਕ ਜਿਹੜਾ ਆ ਸਾਰਾ ਗਣਿਤ ਹੈਗਾ ਆ ਉਹ ਟਿਕਿਆ ਹੋਇਆ ਤੇ ਇਹ ਫਾਊਂਡੇਸ਼ਨ ਆ ਅਰਥਮੈਟਿਕਸ ਦੀ। ਤੇ ਨੰਬਰ ਸਿਸਟਮ ਜਿਹੜਾ ਆ ਅਸੀਂ ਇਹ ਆਲਰੇਡੀ ਪੜ੍ਹਦੇ ਆ ਰਹੇ ਹੈਗੇ ਆ। ਸਟਾਰਟਿੰਗ ਆਪਣੀ ਹੋ ਗਈ ਜਦੋਂ ਅਸੀਂ ਪਹਿਲੀ ਕਲਾਸ ਦੇ ਵਿੱਚ ਆ ਗਏ ਸੀਗੇ। ਉਸ ਵੇਲੇ ਆਪਾਂ ਗਿਣਤੀ ਕਰਨੀ ਸਿੱਖੀ ਸੀਗੀ, ਠੀਕ ਹੈ। ਤਾਂ ਉਸ ਵਿੱਚ ਆਪਾਂ ਜਿਹੜੀ ਗਿਣਤੀ ਕੀਤੀ ਸੀਗੀ, ਦੇਖੋ ਜਦੋਂ ਵੀ ਕੋਈ ਤੁਹਾਨੂੰ ਕੋਈ ਸਵਾਲ ਪੁੱਛਦਾ ਆ ਕਿ ਬੇਟੇ ਤੇਰੇ ਕੋਲ ਕਿੰਨੀਆਂ ਪੈਨਸਲਾਂ ਹਨ, ਤੁਹਾਡਾ ਜਵਾਬ ਹੁੰਦਾ ਹੈ 2 ਪੈਨਸਲਾਂ, 3 ਪੈਨਸਲਾਂ, 5 ਸ਼ਾਰਪਨਰ। ਹੁਣ ਜੇ ਇਹ ਸਵਾਲ ਪੁੱਛ ਲਿਆ ਜਾਵੇ ਕਿ ਬੇਟਾ ਇਹ ਤੁਹਾਡੀ ਜਿਹੜੀ ਸੱਜੇ ਹੱਥ ਦੀ ਜਿਹੜਾ ਸੱਜੇ ਹੱਥ ਹੈਗਾ ਆ ਉਹਦੇ ਵਿੱਚ ਕਿੰਨੀਆਂ ਉਂਗਲੀਆਂ ਹਨ, ਆਪਾਂ ਗਿਣ ਕੇ ਦੱਸ ਸਕਦੇ ਹਾਂ 1 2 3 4 5। ਇਸ ਤਰੀਕੇ ਦੇ ਨਾਲ ਹੀ ਜਿਹੜਾ ਹੈਗਾ ਆ ਆਪਾਂ ਹੋਰ ਵੀ ਵਸਤੂਆਂ ਦੀ ਗਿਣਤੀ ਕਰ ਸਕਦੇ ਹਾਂ, ਲੇਕਿਨ ਗਿਣਤੀ ਉਹਨਾਂ ਵਸਤੂਆਂ ਦੀ ਕਰਾਂਗੇ ਜਿਹੜੀ ਪ੍ਰਕਿਰਤੀ ਦੇ ਵਿੱਚ ਮੌਜੂਦ ਹਨ, ਠੀਕ ਹੈ ਨਾ। ਜਿਹੜੀ ਪ੍ਰਕਿਰਤੀ ਵਿੱਚ ਮੌਜੂਦ ਹਨ, ਪ੍ਰਕਿਰਤੀ ਕੀ ਹੁੰਦੀ ਹੈ? ਨੇਚਰ, ਕੁਦਰਤ ਦੇ ਵਿੱਚ ਮੌਜੂਦ ਹੈ, ਠੀਕ ਹੈ। ਤਾਂ ਅਜਿਹੀਆਂ ਸੰਖਿਆਵਾਂ ਨੂੰ ਜਿਹੜੀਆਂ ਕੁਦਰਤ ਦੇ ਵਿੱਚ ਮੌਜੂਦ ਵਸਤੂਆਂ ਨੂੰ ਗਿਣਤੀ ਕਰਨ ਦੇ ਵਿੱਚ ਯੂਜ਼ ਵਿੱਚ ਆਉਂਦੀਆਂ ਹਨ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਪ੍ਰਾਕ੍ਰਿਤਿਕ ਸੰਖਿਆਵਾਂ, ਨੈਚੁਰਲ ਨੰਬਰਸ, ਠੀਕ ਹੈ। 1 2 3 4 5 6 7 8 9 ਤੱਕ ਤੁਸੀਂ ਦੇਖੋ ਕਿ ਵੀ ਸਾਡੇ ਕੋਲ ਜੋ ਪ੍ਰਾਕ੍ਰਿਤਿਕ ਸੰਖਿਆਵਾਂ ਹਨ ਉਹ 9 ਤੱਕ ਜਿਹੜੀਆਂ ਅਸੀਂ ਗਿਣਤੀ ਕਰ ਸਕਦੇ ਹਾਂ, ਰਾਈਟ। ਲੇਕਿਨ ਬਾਅਦ ਦੇ ਵਿੱਚ ਫਿਰ ਜ਼ਰੂਰਤ ਮਹਿਸੂਸ ਹੋਈ ਕਿ 9 ਤੋਂ ਵੱਧ ਜੇ ਕੋਈ ਵਸਤੂਆਂ ਹਨ ਸਾਡੇ ਕੋਲ ਤਾਂ ਉਹਦੀ ਗਿਣਤੀ ਕਿੱਦਾਂ ਕਰਨੀ ਹੈਗੀ ਆ। ਫਿਰ ਸਾਨੂੰ ਲੋੜ ਪਈ 0 ਦੀ, ਠੀਕ ਹੈ। ਬਹੁਤ ਬੜੇ ਮੈਥਮੈਟੀਸ਼ੀਅਨ ਆਰਿਆ ਭੱਟ ਜੀ ਹੋਏ ਹਨ ਜਿਨ੍ਹਾਂ ਨੇ ਸਾਨੂੰ 0 ਦਿੱਤਾ ਸੀਗਾ ਜੀ, ਠੀਕ ਹੈ ਬੇਟਾ। ਤਾਂ 0 ਜਿਹੜਾ ਹੈਗਾ ਆ ਉਹ ਜਦੋਂ ਆਪਾਂ ਦੇਖਦੇ ਹਾਂ ਕਿ ਵੀ ਅਨੈਚੁਰਲ ਨੰਬਰਸ ਦੇ ਨਾਲ 0 ਹੋਰ ਅੰਕ ਰਲ ਗਿਆ ਤੇ ਇਹ ਬਣ ਗਈ ਹੈ ਪੂਰਨ ਸੰਖਿਆਵਾਂ। ਪੂਰਨ ਮਤਲਬ ਇਹ ਕਿ ਸਾਰੀਆਂ ਕੁਦਰਤੀ ਸੰਖਿਆਵਾਂ ਅਤੇ 0 ਇਹ ਸਾਰਾ ਪੈਕੇਟ ਇੱਕ ਬਣ ਗਿਆ ਹੈਗਾ ਆ ਹੋਲ ਨੰਬਰਸ ਦਾ, ਜਿਹਨੂੰ ਅਸੀਂ ਕਹਿੰਦੇ ਹਾਂ ਪੂਰਨ ਸੰਖਿਆਵਾਂ। ਪੂਰਨ ਸੰਖਿਆਵਾਂ ਕਿੱਦਾਂ ਹੋ ਗਈਆਂ? ਦੇਖੋ ਅਸੀਂ ਕੋਈ ਵੀ ਸੰਖਿਆ ਜੋ ਆਪਾਂ ਆਪਣੇ ਮਨ ਦੇ ਵਿੱਚ ਧਾਰ ਲੈਂਦੇ ਹਾਂ, ਕੋਈ ਵੀ ਸੰਖਿਆ ਆਪਾਂ ਸੋਚ ਲੈਂਦੇ ਹਾਂ। ਮੰਨ ਲਓ ਆਪਾਂ 3 ਕੋਈ ਸੰਖਿਆ ਸੋਚੀ ਆ, ਜਾਂ 5 ਸੋਚੀ ਹੈਗੀ ਆ, ਜਾਂ 108 ਸੋਚੀ ਆ, ਜਾਂ 1 3 4 5 6 7 9 12 1 ਆਹ ਸੰਖਿਆਵਾਂ ਸੋਚੀਆਂ ਆਈਆਂ ਆ। ਅਸੀਂ ਕੀ ਦੇਖਦੇ ਕਿ ਇਹ ਸੰਖਿਆਵਾਂ ਇੱਥੇ ਤੱਕ ਗਿਣਤੀ ਕਰਨ ਲਈ ਸਾਨੂੰ ਕਿਹਨੇ ਯੋਗ ਬਣਾਇਆ? ਸਾਨੂੰ ਇਸ ਹੋਲ ਨੰਬਰਸ ਨੇ ਯੋਗ ਬਣਾਇਆ। ਜਿਹੜੀ 0 ਨਾਲ ਰਲ ਗਈ ਉਹਦੇ ਕਰਕੇ ਅੱਜ ਇਹ ਪੋਸੀਬਲ ਹੈ ਕਿ ਅਸੀਂ 9 ਤੋਂ ਅੱਗੇ ਸੰਖਿਆ ਕਰਨ ਵਿੱਚ ਕਾਮਯਾਬ ਹੋ ਗਏ ਹਾਂ, ਠੀਕ ਹੈ ਨਾ। ਨਹੀਂ ਤਾਂ ਅੱਗੇ 9 ਤੱਕ ਹੀ ਗਿਣਤੀ ਹੁੰਦੀ ਸੀਗੀ, ਠੀਕ ਹੈ। 0 ਮਿਲਿਆ ਤਾਂ 10 ਬਣਿਆ, ਠੀਕ ਹੈ। ਉਸ ਤੋਂ 10 11 12 13 14 15 ਕਿਸ ਤੱਕ। ਤਾਂ ਇਸ ਪ੍ਰਕਾਰ ਆਪਾਂ ਜਿਹੜੇ ਹੁਣ ਆਪਾਂ ਕਹਿੰਦੇ ਵੀ ਸੰਖਿਆਵਾਂ ਸਾਡੇ ਕੋਲ ਪੂਰਨ ਹੋ ਗਈਆਂ ਆ। ਪੂਰਨ ਮਤਲਬ ਕਿ ਸਾਡੀ ਗਿਣਤੀ ਪੂਰੀ ਹੋ ਗਈ ਹੈਗੀ ਆ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ 0 ਅਤੇ ਪ੍ਰਾਕ੍ਰਿਤਿਕ ਸੰਖਿਆਵਾਂ ਮਿਲ ਕੇ ਬਣਾਉਂਦੀਆਂ ਹਨ ਪੂਰਨ ਸੰਖਿਆਵਾਂ। ਹੁਣ ਦੇਖੋ ਤੇ 0 ਦਾ ਬਹੁਤ ਮਹੱਤਵ ਹੈਗਾ ਆ। ਜੇ ਕਿਸੇ ਅੰਕ ਦੇ 0 ਪਿੱਛੇ ਲੱਗਾ ਹੈ ਤਾਂ ਇਹ ਕੋਈ ਇਹਦਾ ਫਰਕ ਨਹੀਂ ਪੈਂਦਾ, ਕੋਈ ਮਹੱਤਵ ਨਹੀਂ ਇਹਦਾ। ਪਰ ਜੇ ਇਹ 1 ਦੇ ਅੱਗੇ ਮੈਂ 0 ਪਾਤਾ, ਇਹ 10 ਬਣ ਗਿਆ। 1 ਤੇ 10 ਦੇ ਵਿੱਚ ਦੇਖ ਲਓ ਕਿੰਨਾ ਅੰਤਰ ਹੈਗਾ ਆ। ਸਰ 0 ਦਾ ਬਹੁਤ ਮਹੱਤਵ ਹੈ, ਠੀਕ ਹੈ ਨਾ। ਆ ਦੇਖੋ ਹੁਣ ਗ੍ਰਹਿਆਂ ਦੀ ਦੂਰੀ ਜਿਹੜੀ ਹੈ, ਸੂਰਜ ਦੀ ਧਰਤੀ ਤੋਂ ਦੂਰੀ, ਠੀਕ ਹੈ। ਧਰਤੀ ਦਾ ਜਿਹੜਾ ਹੈਗਾ ਆ ਆਪਣੇ ਧੁਰੇ ਦੁਆਲੇ ਘੁੰਮਣਾ, ਇਹ ਸਾਰਾ ਜਿਹੜਾ ਹੈਗਾ ਆ ਘੁੰਮਣਾ ਉਹ ਕਿੰਨੇ ਦਿਨ ਲੱਗ ਲੈਂਦਾ ਆ। ਇਹ ਸਭ ਕਦੋਂ ਪੋਸੀਬਲ ਹੋਇਆ? ਕਿਉਂਕਿ ਸਾਡੇ ਕੋਲ ਨੰਬਰ ਸਿਸਟਮ ਸੀਗਾ, 0 ਸੀ, ਹੋਰ ਨੰਬਰ ਸਾਡੇ ਕੋਲ ਸੀਗੇ। ਤਾਂ ਇਹ ਪੋਸੀਬਿਲਿਟੀ ਹੋਈ ਹੈ ਕਿ ਅਸੀਂ ਇੰਨੀ ਲੰਬੀ ਦੂਰੀਆਂ ਨੂੰ ਅੰਕਾਂ ਦੇ ਵਿੱਚ ਲਿਖ ਸਕਦੇ ਹਾਂ, ਸੰਖਿਆਵਾਂ ਦੇ ਵਿੱਚ ਲਿਖ ਸਕਦੇ ਹੈਗੇ ਹਾਂ। ਉਸ ਤੋਂ ਬਾਅਦ ਆਉਂਦੇ ਹੈਗੇ ਆ ਸੰਪੂਰਨ ਸੰਖਿਆਵਾਂ, ਜਿਹਨੂੰ ਅਸੀਂ ਇੰਟੀਜਰਸ ਕਹਿੰਦੇ ਹੈਗੇ। ਹੁਣ ਮੰਨ ਲਓ ਕਿ ਵੀ ਆਹ ਸੰਖਿਆਵਾਂ ਤਾਂ ਅਸੀਂ ਪੜ੍ਹ ਲਈਆਂ ਆ। ਚਲੋ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਸਾਡੇ ਕੋਲ 5 ਚਾਕਲੇਟਸ ਨੇ। ਇੱਕ ਚਾਕਲੇਟਸ ਮੈਂ ਵੰਡਣੀ ਸ਼ੁਰੂ ਕਰ ਦਿੱਤੀ ਹੈਗੀ ਹੈ, ਠੀਕ ਹੈ। ਇੱਕ ਚਾਕਲੇਟ ਦੇਤੀ, ਦੂਸਰੀ ਦੇਤੀ, ਤੀਸਰੀ ਦੇਤੀ, ਚੌਥੀ ਦੇਤੀ, ਪੰਜਵੀਂ ਦੇਤੀ। ਮੇਰੇ ਕੋਲ ਚਾਕਲੇਟਸ ਕਿੰਨੀਆਂ ਰਹਿ ਗਈਆਂ? 0 ਮੈਨੂੰ ਕਿਹਨੇ ਦੱਸਿਆ? ਪੂਰਨ ਸੰਖਿਆਵਾਂ ਨੇ। ਲੇਕਿਨ ਹੁਣ ਜੇ ਮੈਂ ਹੋਰ ਪਾਸਿਓਂ ਕਿਸੇ ਹੋਰ ਤੋਂ ਮੈਂ ਕੋਈ ਚਾਕਲੇਟਸ ਲੈਣਾ ਆ, ਉਧਾਰੀ ਲੈਣਾ ਆ, ਜਿਹੜੀ ਮੈਂ ਵਾਪਸ ਕਰਨੀਆਂ ਆ, ਠੀਕ ਹੈ। ਹੁਣ ਉਹਦੀ ਮੈਂ ਗਿਣਤੀ ਕਿੱਦਾਂ ਕਰੂੰਗਾ? ਜਾਂ ਆਪਾਂ ਟੈਂਪਰੇਚਰ ਦੀ ਗੱਲ ਕਰ ਲੈਂਦੇ ਹਾਂ। ਕਈ ਸਥਾਨ ਇੱਦਾਂ ਦੇ ਹੈਗੇ ਜਿੱਥੇ ਦਾ ਤਾਪਮਾਨ ਜਿਹੜਾ ਹੈਗਾ ਆ ਬਹੁਤ ਠੰਡਾ ਆ, ਤੇ ਕਈ ਸਥਾਨ ਇੱਦਾਂ ਜਿੱਥੇ ਤਾਪਮਾਨ ਬਹੁਤ ਗਰਮ ਆ, ਠੀਕ ਹੈ ਨਾ। ਆਮ ਤੌਰ ਤੇ ਆਪਾਂ ਕਹਿੰਦੇ ਨਾ ਵੀ ਅੱਜ ਦਾ ਤਾਪਮਾਨ ਜਿਹੜਾ ਹੈਗਾ ਆ ਉਹ 22 ਡਿਗਰੀ ਸੈਲਸੀਅਸ ਆ, 26 ਡਿਗਰੀ ਸੈਲਸੀਅਸ। ਗਰਮੀਆਂ ਦੇ ਵਿੱਚ ਟੈਂਪਰੇਚਰ ਜਿਹੜਾ ਹੈਗਾ ਆ ਤਾਪਮਾਨ ਜਿਹੜਾ ਆ 45 ਡਿਗਰੀ ਤੋਂ ਉੱਪਰ ਚਲੇ ਜਾਂਦਾ ਹੈ।
ਪਹਾੜਾਂ ਚਲੇ ਜਾਈਏ ਤਾਂ ਉੱਥੇ ਦਾ ਤਾਪਮਾਨ ਜਿਹੜਾ ਹੈਗਾ ਆ ਉਹ 0 ਡਿਗਰੀ ਤੋਂ ਵੀ ਥੱਲੇ ਚਲੇ ਜਾਂਦਾ ਆ। ਹੁਣ 0 ਡਿਗਰੀ ਤੋਂ ਥੱਲੇ ਦੇਖੋ, 0 ਡਿਗਰੀ ਤੋਂ ਉੱਪਰ ਹੋਵੇ ਤਾਂ ਸਾਡੇ ਕੋਲ ਸੰਖਿਆਵਾਂ ਹੈ ਹੀ ਹੈ ਉਹਨੂੰ ਦੱਸਣ ਵਾਸਤੇ, ਤੇ 0 ਡਿਗਰੀ ਤੋਂ ਜੇ ਥੱਲੇ ਦੱਸਣਾ ਹੋਵੇ ਫਿਰ ਸਾਨੂੰ ਲੋੜ ਪਈ ਰਿਣਾਤਮਕ ਸੰਖਿਆਵਾਂ ਦੀ। ਠੀਕ ਹੈ, ਰਿਣਾਤਮਕ ਸੰਖਿਆਵਾਂ ਤਾਂ ਇਸ ਪ੍ਰਕਾਰ ਕਿਹੜੀਆਂ ਰਿਣਾਤਮਕ ਸੰਖਿਆਵਾਂ ਹੈਗੀਆਂ ਦੇਖੋ, ਜਿੱਦਾਂ -1 -2 -3 ਅਪ ਟੂ ਇਨਫਿਨਿਟੀ, -ਇਨਫਿਨਿਟੀ ਤੱਕ। ਤਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਸੰਪੂਰਨ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਹਨ ਜਿਹੜੀਆਂ ਜਿਹਦੇ ਉਹ ਸਮੂਹ ਸੰਖਿਆਵਾਂ ਦਾ ਜਿਸ ਵਿੱਚ ਸਾਰੀਆਂ ਹੀ ਰਿਣਾਤਮਕ ਸੰਖਿਆਵਾਂ 0 ਅਤੇ ਧਨਾਤਮਕ ਸੰਖਿਆਵਾਂ ਹੋਣ। ਮਤਲਬ ਰਿਣਾਤਮਕ ਸੰਖਿਆਵਾਂ ਤੇ ਪੂਰਨ ਸੰਖਿਆਵਾਂ ਮਿਲ ਕੇ ਬਣਾਉਂਦੀਆਂ ਹਨ ਸੰਪੂਰਨ ਸੰਖਿਆਵਾਂ। ਉਸ ਤੋਂ ਬਾਅਦ ਗੱਲ ਕਰਦੇ ਆਪਾਂ ਰੈਸ਼ਨਲ ਨੰਬਰਸ ਦੀ। ਦੇਖੋ ਇੱਥੇ ਤੱਕ ਆਪਾਂ ਜਿਹੜਾ ਹੈਗਾ ਆ ਨੰਬਰ ਸਿਸਟਮਸ, ਨੈਚੁਰਲ ਨੰਬਰਸ, ਹੋਲ ਨੰਬਰਸ, ਇੰਟੀਜਰਸ, ਸਾਡੀ ਜਿਹੜੀ ਲਾਈਫ ਜਿਹੜੀ ਹੈਗੀ ਹੈ ਸੌਖੀ ਹੁੰਦੀ ਚਲੀ ਗਈ ਨੰਬਰ ਸਿਸਟਮ ਦੇ ਦੁਆਰਾ। ਠੀਕ ਹੈ, ਹੁਣ ਗੱਲ ਕਰਦੇ ਹਾਂ ਰੈਸ਼ਨਲ ਨੰਬਰ ਦੀ। ਮੰਨ ਲਓ ਕਿ ਵੀ ਜੇ ਤੁਹਾਨੂੰ ਅਸੀਂ ਕਹੀਏ ਵੀ 2 ਪੀਜ਼ੇ ਨੇ, ਬਹੁਤ ਈਜ਼ੀ ਹੈ, ਤੁਸੀਂ 2 ਪੈਕ ਚੱਕ ਲੈਣੇ, ਆ ਲਓ ਜੀ, ਇੱਕ ਪੀਜ਼ਾ ਨੰਬਰ 1, ਪੀਜ਼ਾ ਨੰਬਰ 2। ਪਰ ਜੇ ਮੈਂ ਤੁਹਾਨੂੰ ਕਹਿ ਦਾਂ ਕਿ ਬੇਟਾ ਪੀਜ਼ੇ ਚੋਂ 2 ਭਾਗ ਕਰਕੇ 1 ਭਾਗ ਮੈਨੂੰ ਦੇ ਦੇ, ਠੀਕ ਹੈ, ਤੁਸੀਂ ਹੁਣ ਕਿੱਦਾਂ ਦੱਸੋਗੇ ਮੈਨੂੰ, ਤੁਸੀਂ ਹੁਣ ਕਿੰਨਾ ਭਾਗ ਦਿੱਤਾ ਨੰਬਰ ਸਿਸਟਮ ਦੇ ਵਿੱਚ। ਜੇ ਮੈਂ ਤੁਹਾਨੂੰ ਕਹਾਂ ਕਿ ਬੇਟਾ ਤੁਹਾਨੂੰ ਕਿੰਨੇ ਪੀਜ਼ੇ ਆਰਡਰ ਕੀਤੇ ਸੀਗੇ, ਤੁਸੀਂ ਮੈਨੂੰ ਕਹੋਗੇ ਸਰ ਤੁਸੀਂ ਮੈਨੂੰ 2 ਪੀਜ਼ੇ ਦੇ ਆਰਡਰ ਕੀਤੇ ਸੀਗੇ। ਠੀਕ ਹੈ, ਬੜੀ ਈਜ਼ੀਲੀ ਦੱਸਦਾ। ਜੇ ਤੁਹਾਨੂੰ 5 ਪੀਜ਼ੇ ਲਿਆਉਣ ਨੂੰ ਕਹੇ ਤੁਸੀਂ 5 ਦੱਸਦਾ ਕਿ 5 ਪੀਜ਼ੇ ਕਹੇ ਸੀ ਲਿਆਉਣ ਵਾਸਤੇ। ਪਰ ਜੇ ਮੈਂ ਕਹਾਂ ਕਿ ਬੇਟਾ ਮੈਨੂੰ 1 ਪੀਜ਼ੇ ਤੋਂ ਤੀਜਾ ਹਿੱਸਾ ਦੇ ਦਿਓ, ਜਾਂ ਉਹਦੇ 3 ਭਾਗ ਕਰ ਦਿਓ, ਉਸ ਤੋਂ ਬਾਅਦ ਮੈਨੂੰ ਤੀਸਰਾ ਹਿੱਸਾ ਦੇ ਦਿਓ, ਤੁਸੀਂ ਉਸ ਨੂੰ ਕਿਵੇਂ ਦਰਸਾਓਗੇ ਸੰਖਿਆਵਾਂ ਦੇ ਵਿੱਚ? ਇਹ ਸਮੱਸਿਆ ਖੜੀ ਹੋ ਗਈ। ਅਸੀਂ ਵੀ ਉਹਦੇ ਲਈ ਇੱਕ ਹੋਰ ਪ੍ਰਣਾਲੀ ਜਿਹੜੀ ਹੈਗੀ ਆ ਉਹ ਹੋਂਦ ਵਿੱਚ ਆਈ, ਉਹ ਸੀ ਸਾਡੀ ਪਰਿਮੇਯ ਸੰਖਿਆਵਾਂ ਦੀ। ਪਰਿਮੇਯ ਸੰਖਿਆਵਾਂ ਹੁਣ ਮੈਨੂੰ ਸਮੇਟ ਦੇਣਾ ਹੈ। ਇਹਨੂੰ ਆਪਾਂ ਕਹਿੰਦੇ ਰੈਸ਼ਨਲ ਨੰਬਰਸ। ਰੈਸ਼ਨਲ ਨੰਬਰਸ ਹੁਣ ਮੰਨ ਲਓ ਕਿ ਸਾਡੇ ਕੋਲ ਇੱਕ ਪੀਜ਼ਾ ਹੈ, 2 ਪੀਜ਼ੇ, 3 ਪੀਜ਼ੇ। ਠੀਕ ਹੈ ਜੀ, ਇਸ ਨੂੰ ਆਪਾਂ ਜਦੋਂ ਆਪਾਂ ਨੂੰ ਕਹੀਏ ਬੇਟੇ ਗਿਣਤੀ ਕਰਕੇ ਦੱਸੋ ਕਿੰਨੇ ਪੀਜ਼ੇ, ਤੁਸੀਂ ਫਟਾਫਟ ਦੱਸ ਦਿਓ ਸਰ 1 2 3 ਪੀਜ਼ੇ ਆ, ਕਿਉਂਕਿ ਤੁਹਾਨੂੰ ਪ੍ਰਾਕ੍ਰਿਤਿਕ ਸੰਖਿਆਵਾਂ ਬਾਰੇ ਪਤਾ ਆ, ਗਿਣਤੀ ਬਾਰੇ ਤੁਹਾਨੂੰ ਪਤਾ ਆ। ਪਰ ਜੇ ਮੈਂ ਤੁਹਾਨੂੰ ਕਹਾਂ ਕਿ ਬੇਟਾ ਇਸ ਪੀਜ਼ੇ ਚੋਂ ਮੈਨੂੰ ਤੀਸਰਾ ਭਾਗ ਦੇ ਦਿਓ, 3 ਭਾਗ ਬਰਾਬਰ ਕਰ ਲਓ, ਤੁਸੀਂ 3 ਭਾਗ ਬਰਾਬਰ ਕਰਤੇ, ਉਸ ਤੋਂ ਮੈਨੂੰ ਤੁਸੀਂ 1 ਭਾਗ ਜਿਹੜਾ ਵਿੱਚੋਂ ਦੇ ਦਿੱਤਾ। ਹੁਣ ਜੇ ਤੁਸੀਂ ਮੈਨੂੰ ਇਹ ਸੰਖਿਆ ਦੇ ਵਿੱਚ ਲਿਖ ਕੇ ਦੱਸਣਾ ਹੋਵੇ, ਤੁਸੀਂ ਕਿਵੇਂ ਦੱਸੋਗੇ? ਮੁਸ਼ਕਿਲ ਹੋ ਜਾਏਗਾ ਨਾ। ਅਸੀਂ ਭਾਗ ਕੀਤੇ 3 ਹਿੱਸੇ ਕੀਤੇ, ਤਿੰਨਾਂ ਦੇ ਵਿੱਚੋਂ ਅਸੀਂ 1 ਹਿੱਸਾ ਦਿੱਤਾ, ਤਾਂ ਅਸੀਂ ਕਹਾਂਗੇ ਕਿ 1/3 ਜਾਂ ਤੀਸਰਾ ਭਾਗ। ਤੁਸੀਂ ਉਹ ਤੀਸਰਾ ਭਾਗ ਦਿੱਤਾ ਨਾ, ਤੀਸਰੇ ਭਾਗ ਨੂੰ ਅਸੀਂ ਸੰਖਿਆ ਪ੍ਰਣਾਲੀ ਦੇ ਵਿੱਚ ਇਸ ਤਰੀਕੇ ਨਾਲ ਦਰਸਾਵਾਂਗੇ ਕਿ 3 ਭਾਗ ਕੀਤੇ ਗਏ, ਉਹ ਚੋਂ 1 ਭਾਗ ਮੈਨੂੰ ਮਿਲਿਆ। ਹੁਣ ਤੁਸੀਂ ਕਹੋਗੇ ਸਰ ਇਹ ਤਾਂ ਜਿਹੜਾ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਜਿਹੜਾ ਰੇਸ਼ੋ ਸਿਸਟਮ ਹੁੰਦਾ ਜਾਂ ਫ੍ਰੈਕਸ਼ਨਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਉਸ ਰੂਪ ਵਿੱਚ ਬਿਲਕੁਲ ਸਹੀ। ਇਹ ਹੈਗਾ ਸਾਡਾ ਅੰਸ਼, ਇਹ ਹੈਗਾ ਸਾਡਾ ਹਰ। ਸੋ ਪਰਿਮੇਯ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਹਨ ਜਿਹੜੀਆਂ ਬਟੇ ਦੀ ਸ਼ਕਲ ਵਿੱਚ ਹੁੰਦੀਆਂ ਹਨ, P/Q ਦੀ ਸ਼ਕਲ ਦੇ ਵਿੱਚ। ਠੀਕ ਹੈ, P/Q ਸ਼ਕਲ ਵਿੱਚ। ਤੇ ਇਹ ਧਿਆਨ ਰੱਖਣਾ ਹੈ ਕਿ Q ਜਿਹੜਾ ਆ ਉਹ ਕਦੇ ਵੀ 0 ਬਰਾਬਰ ਨਹੀਂ ਹੋ ਸਕਦਾ। ਮਤਲਬ ਇਹ ਕਿ ਸਾਰੀਆਂ ਹੀ ਜਿਹੜੀਆਂ ਹੈਗੀਆਂ ਆ ਸੰਪੂਰਨ ਸੰਖਿਆਵਾਂ ਉਹ ਰੈਸ਼ਨਲ ਨੰਬਰਸ ਹੁੰਦੀਆਂ ਹਨ, ਪਰਿਮੇਯ ਸੰਖਿਆਵਾਂ ਹੁੰਦੀਆਂ ਹਨ। ਠੀਕ ਹੈ, ਕਿਵੇਂ? ਆ ਦੇਖੋ, ਹੁਣ ਤੁਸੀਂ ਕਹੋਗੇ ਜੀ 2 ਆ 3 ਆ ਜਾਂ 9 ਆ 12 ਆ, ਇਹ ਕੀ ਪਰਿਮੇਯ ਸੰਖਿਆਵਾਂ ਨੇ? ਬਿਲਕੁਲ ਸਹੀ, ਇਹ ਪਰਿਮੇਯ ਸੰਖਿਆਵਾਂ ਨੇ। ਤੇ ਇੱਕ ਲੱਗ ਗਿਆ ਇਹ ਪਰਿਮੇਯ ਸੰਖਿਆਵਾਂ ਹਨ। 0 ਪਰਿਮੇਯ ਸੰਖਿਆ ਹੈ, ਬਿਲਕੁਲ 0 ਵੀ ਪਰਿਮੇਯ ਸੰਖਿਆ है। -18 परिमेय संख्या है, -19 भी परिमेय संख्या है। इस तरीके
ਬਸ ਕਿਊ ਜਿਹੜਾ ਹੈਗਾ ਹੈ ਥੱਲੇ 0 ਨਹੀਂ ਹੋਣਾ ਚਾਹੀਦਾ। ਜੇ ਥੱਲੇ ਕਿਊ 0 ਨਹੀਂ ਹੈਗਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਵੀ ਸੰਖਿਆਵਾਂ ਬਟੇ ਦੇ ਰੂਪ ਵਿੱਚ ਹੈਗੀਆਂ ਔਰ ਕਿਊ 0 ਨਹੀਂ ਹੈ ਤਾਂ ਉਹ ਪਰਿਮੇਯ ਸੰਖਿਆ ਅਖਾਉਂਦੀ ਹੈ। ਤਾਂ ਇਸ ਪ੍ਰਕਾਰ ਜਿਹੜਾ ਆਪਾਂ ਇਹ ਪਰਿਮੇਯ ਸੰਖਿਆ ਦਾ ਆਪਾਂ ਇੰਟਰੋਡਕਸ਼ਨ ਕੀਤਾ ਹੈਗਾ ਆ। ਬਾਕੀ ਜਦੋਂ ਆਪਾਂ ਤੁਹਾਨੂੰ ਕਲਾਸ ਵਾਈਜ਼ ਲੈਸਨਸ ਭੇਜਣੇ ਹੈਗੇ ਆ ਉਹਦੇ ਵਿੱਚ ਅਸੀਂ ਡਿਟੇਲ ਵਿੱਚ ਗੱਲ ਕਰਾਂਗੇ ਰੈਸ਼ਨਲ ਨੰਬਰਸ ਬਾਰੇ, ਤੇ 7th ਕਲਾਸ ਦਾ ਅਸੀਂ ਗੱਲ ਕਰਾਂਗੇ ਸੰਪੂਰਨ ਸੰਖਿਆਵਾਂ ਬਾਰੇ, 6th ਕਲਾਸ ਦਾ ਅਸੀਂ ਕਰਾਂਗੇ ਗੱਲ ਪੂਰਨ ਸੰਖਿਆਵਾਂ ਬਾਰੇ। ਠੀਕ ਹੈ, ਟਿਲ ਦੈਨ ਆਲ ਦਾ ਵੈਰੀ ਬੈਸਟ, ਹੈਪੀ ਲਰਨਿੰਗ, ਥੈਂਕ ਯੂ।